Hello everyone, welcome to Victor's Knowledge. This is Chinu Sharma and today we are going to discuss strategy for the upcoming ਨਾਇਬ ਤਹਿਸੀਲਦਾਰ exam. ਸੋ ਜਿਹੜਾ ਆਉਣ ਵਾਲਾ ਨਾਇਬ ਤਹਿਸੀਲਦਾਰ ਦਾ ਐਗਜ਼ਾਮ ਆ ਇਹਨੂੰ PPSC ਕੰਡਕਟ ਕਰਵਾਉਗੀ ਤੇ ਅੱਜ ਇਸ ਲੈਕਚਰ ਦੇ ਅੰਦਰ ਮੈਂ ਤੁਹਾਡੇ ਨਾਲ ਡਿਸਕਸ ਕਰੂੰਗੀ ਸਭ ਤੋਂ ਪਹਿਲਾਂ ਤਾਂ ਕਿ ਇਸ ਐਗਜ਼ਾਮ ਦਾ ਪੈਟਰਨ ਕੀ ਹੈ, ਇਹਦੇ ਵਿੱਚ ਕਿਹੜਾ ਸਬਜੈਕਟ ਕਿੰਨੇ ਨੰਬਰ ਦਾ ਆਉਣਾ ਤੇ ਨਾਲ ਹੀ ਆਪਾਂ ਨੇ ਇਹਦੀ ਤਿਆਰੀ ਕਿਵੇਂ ਕਰਨੀ ਹੈ, ਕਿਹੜੇ ਇੰਪੋਰਟੈਂਟ ਸੋਰਸਸ ਫੋਲੋ ਕਰਨੇ ਆ। ਸੋ ਜੇ ਐਗਜ਼ਾਮ ਦੇ ਪੈਟਰਨ ਦੀ ਗੱਲ ਕਰੀਏ ਤਾਂ ਜਿਹੜਾ ਐਗਜ਼ਾਮ ਹੈ ਇਹਦੇ ਕੁੱਲ ਨੰਬਰ ਹੋਣਗੇ 300। ਸੋ ਇਹ 300 ਮਾਰਕਸ ਦਾ ਪੇਪਰ ਹੋਊਗਾ ਜਿਹਦੇ ਵਿੱਚ 120 ਕੁਐਸਚਨ ਹੋਣਗੇ। ਇੱਕ ਕੁਐਸਚਨ ਹੈ ਜਿਹੜਾ ਉਹ 2.5 ਨੰਬਰ ਦਾ ਹੋਊਗਾ। ਸੋ ਇਹ ਤੁਸੀਂ ਧਿਆਨ ਰੱਖਣਾ ਹੈ, 120 ਕੁਐਸਚਨ 2.5 ਨੰਬਰ ਦਾ ਇੱਕ ਕੁਐਸਚਨ ਤੇ ਕੁੱਲ ਤੁਹਾਡੇ ਕੋਲ 2 ਘੰਟੇ ਦਾ ਸਮਾਂ ਹੋਊਗਾ। ਇੱਕ ਇੰਪੋਰਟੈਂਟ ਚੀਜ਼ ਹੈ ਜਿਹੜੀ ਇਸ ਐਗਜ਼ਾਮ ਦੇ ਵਿੱਚ ਉਹ ਇਹ ਹੈ ਕਿ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈ। ਸਪੈਸ਼ਲੀ ਇਸ ਐਗਜ਼ਾਮ ਦੀ ਐਡਵਰਟੀਜ਼ਮੈਂਟ ਦੇ ਵਿੱਚ ਮੈਂਸ਼ਨਡ ਹੈ that there will be no negative marking in the written test for questions wrongly answered or question not answered। ਇਹਦਾ ਇੱਕ ਚੀਜ਼ ਜਿਹੜੀ ਬੈਨੀਫਿਟ ਹੈ ਉਹ ਇਹ ਹੈ ਕਿ ਤੁਸੀਂ 120 ਦੇ 120 ਕੁਐਸਚਨ ਅਟੈਂਪਟ ਕਰਕੇ ਆ ਸਕਦੇ ਹੋ। ਤੁਹਾਨੂੰ ਜੇ ਬਾਈ ਚਾਂਸ ਕੋਈ ਨਹੀਂ ਵੀ ਆਉਂਦਾ ਤਾਂ ਤੁਸੀਂ ਉੱਥੇ ਤੁੱਕਾ ਮਾਰ ਕੇ ਆ ਸਕਦੇ ਹੋ। ਪਰ ਇਹਦੇ ਵਿੱਚ ਕੀ ਹੁੰਦਾ, ਜਿੱਥੇ ਨੈਗੇਟਿਵ ਮਾਰਕਿੰਗ ਨਹੀਂ ਹੈ ਉੱਥੇ ਕੰਪੀਟੀਸ਼ਨ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਹੈ ਤੇ ਨਾਲੇ ਇਹ ਜਿਹੜਾ ਪੇਪਰ ਹੈ ਇਹ PPSC ਕੰਡਕਟ ਕਰਵਾ ਰਹੀ ਹੈ। ਸੋ ਤੁਸੀਂ ਜਦੋਂ ਵੀ ਇਸ ਐਗਜ਼ਾਮ ਦੀ ਤਿਆਰੀ ਕਰਨੀ ਹੈ ਇੱਕ ਚੀਜ਼ ਦਿਮਾਗ ਵਿੱਚ ਰੱਖਣੀ ਹੈ ਵੀ ਤੁਹਾਡੀ ਤਿਆਰੀ PCS ਦੇ ਲੈਵਲ ਦੀ ਹੋਣੀ ਚਾਹੀਦੀ ਹੈ। ਸੋ ਜਿਹੜਾ ਪੰਜਾਬ PCS ਦਾ ਐਗਜ਼ਾਮ ਹੁੰਦਾ ਸੇਮ ਉਸੇ ਪੈਟਰਨ ਦੇ ਉੱਤੇ ਤੁਸੀਂ ਇਸ ਐਗਜ਼ਾਮ ਦੇ ਕੁਐਸਚਨਸ ਨੂੰ ਐਕਸਪੈਕਟ ਕਰ ਸਕਦੇ ਹੋ। ਸੋ ਜੇ ਹੁਣ ਆਪਾਂ 120 ਕੁਐਸਚਨਸ ਦੀ ਗੱਲ ਕਰੀਏ ਤਾਂ ਉਹਨਾਂ ਕੁਐਸਚਨਸ ਨੂੰ ਇਹਨਾਂ ਨੇ 2 ਹਿੱਸਿਆਂ ਦੇ ਵਿੱਚ ਵੰਡਤਾ। ਸੋ 120 ਦੇ ਵਿੱਚੋਂ 40 ਕੁਐਸਚਨ ਆਉਣਗੇ ਤੁਹਾਨੂੰ ਲੌਜੀਕਲ ਰੀਜ਼ਨਿੰਗ ਤੇ ਮੈਂਟਲ ਐਬਿਲਿਟੀ ਦੇ, 80 ਕੁਐਸਚਨ ਆਉਣਗੇ ਤੁਹਾਨੂੰ GK ਤੇ ਕਰੰਟ ਅਫੇਅਰ ਦੇ। ਸੋ ਲੌਜੀਕਲ ਰੀਜ਼ਨਿੰਗ ਤੇ ਮੈਂਟਲ ਐਬਿਲਿਟੀ ਤਾਂ ਕਲੀਅਰ ਹੈ। ਹੁਣ ਗੱਲ ਆਉਂਦੀ ਹੈ 80 ਨੰਬਰਾਂ ਦੀ ਜਨਰਲ ਨੌਲੇਜ। ਸੋ ਇਹਦੇ ਅੰਦਰ ਕਿਹੜੇ ਸਬਜੈਕਟ ਕਰਨੇ ਨੇ ਇਹ ਆਪਾਂ ਅੱਗੇ ਡਿਸਕਸ ਕਰਾਂਗੇ। ਸਭ ਤੋਂ ਇੰਪੋਰਟੈਂਟ ਚੀਜ਼ ਦੇਖਣ ਵਾਲੀ ਹੈ ਕਿ ਇਹਨਾਂ ਨੇ ਕਰੰਟ ਅਫੇਅਰਸ ਨੂੰ ਸਪੈਸ਼ਲੀ ਸਿਲੇਬਸ ਦੇ ਵਿੱਚ ਮੈਂਸ਼ਨ ਕੀਤਾ ਹੈ। ਸੋ ਇਹਦਾ ਮਤਲਬ ਹੈ ਕਿ ਕਰੰਟ ਅਫੇਅਰ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਇਸ ਐਗਜ਼ਾਮ ਦੇ ਲਈ। ਸੋ ਹੁਣ ਆਪਾਂ ਦੇਖਾਂਗੇ ਕਿ ਕਿਹੜੇ-ਕਿਹੜੇ ਸਬਜੈਕਟ ਕਵਰ ਕਰਨੇ ਨੇ ਜਨਰਲ ਨੌਲੇਜ ਦੇ ਅੰਦਰ। ਸੋ ਜਿਹੜਾ 80 ਕੁਐਸਚਨਸ ਵਾਲਾ ਪਾਰਟ ਆ ਉਹਦੇ ਵਿੱਚ ਆਪਾਂ ਨੇ ਇੰਡੀਅਨ ਹਿਸਟਰੀ ਤਿਆਰ ਕਰਨੀ ਹੈ ਜਿਹਦੇ ਵਿੱਚ ਏਂਸ਼ੀਅੰਟ, ਮਿਡੀਵਲ, ਮਾਡਰਨ ਤਿੰਨੋਂ ਤੇ ਸਭ ਤੋਂ ਜ਼ਿਆਦਾ ਤੁਸੀਂ ਫੋਕਸ ਦੇਣਾ ਹੈ ਫਰੀडम ਸਟਰਗਲ। ਸੋ ਜਿਹੜੀ ਮਾਡਰਨ ਇੰਡੀਆ ਹਿਸਟਰੀ ਹੈ ਉਹਦੇ ਵਿੱਚੋਂ ਜ਼ਿਆਦਾ ਕੁਐਸਚਨ ਆਉਣ ਦੇ ਚਾਂਸਸ ਨੇ। ਨੈਕਸਟ ਆਉਂਦਾ ਜੀਓਗ੍ਰਾਫੀ। ਸੋ ਇੰਡੀਅਨ ਜੀਓਗ੍ਰਾਫੀ, ਉਸ ਤੋਂ ਬਾਅਦ ਪੋਲਿਟੀ, ਕਨਸਟੀਟਿਊਸ਼ਨ। ਸੋ ਇਹਦੇ ਵਿੱਚੋਂ ਤੁਸੀਂ ਜ਼ਿਆਦਾ ਫੋਕਸ ਕਰਨਾ ਹੈ ਅਮੈਂਡਮੈਂਟ ਉੱਤੇ, ਇੰਪੋਰਟੈਂਟ ਸੋਰਸਿਸ, ਹਿਸਟੋਰੀਕਲ ਬੈਕਗਰਾਉਂਡ ਬਹੁਤ ਇੰਪੋਰਟੈਂਟ ਹੈ, ਕਿਹੜੇ ਐਕਟਸ ਹੈ, ਕਨਸਟੀਟਿਊਂਟ ਅਸੈਂਬਲੀ ਹੋ ਗਈ, ਦੈਨ ਐਗਜ਼ੀਕਿਊਟਿਵ, ਜੁਡੀਸ਼ਰੀ, ਲੈਜਿਸਲੇਚਰ ਤੇ ਲੋਕਲ ਗਵਰਨਮੈਂਟ। ਉਸ ਤੋਂ ਬਾਅਦ ਆਉਂਦਾ ਇਨਵਾਇਰਨਮੈਂਟ। ਹੁਣ ਜਿਹੜਾ ਇਨਵਾਇਰਨਮੈਂਟ ਦਾ ਟੌਪਿਕ ਹੈ ਇਹਨੂੰ ਆਪਾਂ ਜਦੋਂ ਤਿਆਰ ਕਰਨਾ ਤਾਂ ਇਹਦੇ ਲਈ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਇੰਟਰਨੈਸ਼ਨਲ ਕਨਵੈਨਸ਼ਨ ਪ੍ਰੋਟੋਕੋਲਸ ਨੇ ਉਹਨਾਂ ਉੱਤੇ ਫੋਕਸ ਕਰਨਾ ਹੈ। ਨਾਲ ਹੀ ਜੋ ਵੀ ਕਰੰਟ ਅਫੇਅਰ ਤੁਸੀਂ ਪੜ੍ਹੋਗੇ ਉਹਨਾਂ ਦੇ ਵਿੱਚ ਜਿਹੜੇ ਵੀ ਇਨਵਾਇਰਨਮੈਂਟ ਨੂੰ ਲੈ ਕੇ ਕਨਸੈਪਟ ਆਉਣਗੇ, ਕਰੰਟ ਅਫੇਅਰ ਦੇ ਵਿੱਚ ਨਿਊਜ਼ ਆਉਣਗੀਆਂ, ਸੋ ਤੁਸੀਂ ਉਹਨਾਂ ਦੇ ਬੇਸਿਕ ਕਨਸੈਪਟ ਸਿਰਫ ਤਿਆਰ ਕਰਨੇ ਨੇ ਕਿਉਂਕਿ ਮੋਸਟਲੀ ਜਦੋਂ ਵੀ PPSC ਐਗਜ਼ਾਮ ਕੰਡਕਟ ਕਰਦੀ ਹੈ ਤਾਂ ਇਨਵਾਇਰਨਮੈਂਟ ਦੇ ਵਿੱਚੋਂ ਦੇਖਿਆ ਜਾਂਦਾ ਵੀ ਕਰੰਟ ਬੇਸਿਸ ਦੇ ਕੁਐਸਚਨ ਹੁੰਦੇ ਨੇ। ਨੈਕਸਟ ਆਉਂਦੀ ਹੈ ਸਾਇੰਸ। ਸੋ 10th ਲੈਵਲ ਤੱਕ ਦੀ 6th to 10th ਕਲਾਸ ਦੀ ਕਿਸੇ ਵੀ ਬੋਰਡ ਦੀ ਸਾਇੰਸ ਤੁਹਾਨੂੰ ਤਿਆਰ ਕਰਨੀ ਪੈਣੀ ਹੈ, ਫਿਜ਼ਿਕਸ, ਕੈਮਿਸਟਰੀ, ਬਾਇਓ। ਉਸ ਤੋਂ ਬਾਅਦ ਪੰਜਾਬ GK, ਦੈਨ ਸਟੈਟਿਕ GK। ਹੁਣ ਜਿਹੜਾ ਸਟੈਟਿਕ GK ਵਾਲਾ ਪੋਰਸ਼ਨ ਹੈ ਇਹਦੇ ਵਿੱਚ ਆਪਾਂ ਨੇ ਸਪੋਰਟਸ, ਬੇਸਿਕ ਆਰਟ ਐਂਡ ਕਲਚਰ, ਹੈਰੀਟੇਜ ਹੋ ਗਈ, ਇਨਵੈਂਸ਼ਨਸ ਐਂਡ ਡਿਸਕਵਰੀ, ਕੰਟਰੀਜ਼ ਐਂਡ ਕੈਪੀਟਲ, ਸਿਨੇਮਾ, ਬੁੱਕਸ ਐਂਡ ਆਥਰ, ਲਿਟਰੇਚਰ, ਪ੍ਰਾਈਜ਼, ਇੰਪੋਰਟੈਂਟ ਡੇਜ਼। ਸੋ ਇਹ ਸਾਰੀਆਂ ਚੀਜ਼ਾਂ ਤਿਆਰ ਕਰਨੀਆਂ ਨੇ ਸਟੈਟਿਕ GK ਦੇ ਅੰਦਰ। ਨੈਕਸਟ ਇੰਡੀਅਨ ਇਕੋਨਮੀ ਦੇ ਸੇਮ ਬੇਸਿਕ ਕੰਸੈਪਟ ਤਿਆਰ ਕਰਨੇ ਨੇ। ਫਿਰ ਕਰੰਟ ਅਫੇਅਰਸ। ਸੋ ਤੁਸੀਂ ਵੈਸੇ ਤਾਂ ਟਰਾਈ ਕਰੋ ਕਿ ਇਹ ਪੂਰੇ ਸਾਲ ਦੇ 2021 ਦੇ ਕਰੰਟ ਅਫੇਅਰ ਤੁਸੀਂ ਤਿਆਰ ਕਰੋ, ਪਰ ਐਗਜ਼ਾਮ ਤੋਂ ਪਹਿਲਾਂ ਜਦੋਂ ਵੀ ਐਗਜ਼ਾਮ ਹੋਊਗਾ ਉਦੋਂ ਪਹਿਲਾਂ 6 ਮਹੀਨੇ ਦੇ ਕਰੰਟ ਅਫੇਅਰ ਤੁਹਾਨੂੰ ਟਿਪਸ ਤੇ ਹੋਣੇ ਚਾਹੀਦੇ ਨੇ। ਤੁਸੀਂ 6 ਮਹੀਨੇ ਦੇ ਕਰੰਟ ਅਫੇਅਰਸ 100% ਤਿਆਰ ਕਰਕੇ ਜਾਣੇ ਆ।
ਨੈਕਸਟ ਹੁਣ ਜੇ ਆਪਾਂ ਲੌਜੀਕਲ ਰੀਜ਼ਨਿੰਗ ਤੇ ਮੈਂਟਲ ਐਬਿਲਿਟੀ ਦੀ ਗੱਲ ਕਰੀਏ ਤਾਂ ਇਹਦੇ ਅੰਦਰ ਜਿਹੜੇ ਟੌਪਿਕ ਕਵਰ ਕਰਨੇ ਨੇ ਉਹ ਸਿੰਪਲ ਡਾਇਰੈਕਸ਼ਨ, ਨਾਨ ਵਰਬਲ ਸੀਰੀਜ਼, ਕਲੌਕ ਐਂਡ ਕੈਲੰਡਰ, ਨੰਬਰ ਐਂਡ ਰੈਂਕਿੰਗ, ਡਿਸੀਜਨ ਮੇਕਿੰਗ, ਐਨਾਲੌਜੀ। ਸੋ ਇਹ ਬੜਾ ਵੇਗ ਜਿਹਾ ਸਿਲੇਬਸ ਹੈ, ਉਹਨਾਂ ਨੇ ਆਪਾਂ ਨੂੰ ਪੂਰਾ ਦਾ ਪੂਰਾ ਹੈਡ ਦੇਤਾ। ਸੋ ਹੁਣ ਇਹਦੇ ਅੰਦਰ ਤੁਸੀਂ ਮੈਕਸਿਮਮ ਜਿੰਨੇ ਵੀ ਟੌਪਿਕ ਤਿਆਰ ਕਰ ਸਕਦੇ ਹੋ ਤੁਹਾਨੂੰ ਕਰਕੇ ਜਾਣੇ ਪੈਣਗੇ। ਸੋ ਜਿਵੇਂ ਮੈਂਟਲ ਐਬਿਲਿਟੀ ਦੇ ਵਿੱਚੋਂ ਵੀ ਪ੍ਰੋਬਲਮਸ ਔਨ ਏਜਸ, ਟਾਈਮ ਐਂਡ ਡਿਸਟੈਂਸ, ਦੈਨ ਸਿੰਪਲੀਫਿਕੇਸ਼ਨ, ਰੇਸ਼ੋ ਪ੍ਰਪੋਰਸ਼ਨ। ਸੋ ਐਸ ਸੱਚ ਤੁਹਾਨੂੰ ਬਹੁਤ ਡੀਟੇਲ ਵਾਲਾ ਟਫ ਉਰੇ ਮੈਥਸ ਨਹੀਂ ਆਉਣ ਵਾਲਾ, ਤੁਸੀਂ ਸਿਰਫ ਮੈਂਟਲ ਐਬਿਲਿਟੀ ਰੀਜ਼ਨਿੰਗ ਨੂੰ ਜਿਹੜੇ ਟੌਪਿਕਸ ਟੱਚ ਕਰਦੇ ਨੇ ਉਹ ਤਿਆਰ ਕਰਕੇ ਜਾਣੇ ਆ। So now we'll move to few important books and sources for self study. So ਜੋ ਵੀ ਮੈਂ ਤੁਹਾਨੂੰ sources ਦੱਸਣ ਜਾ ਰਹੀ ਹਾਂ ਇਹ ਸਾਰੇ sources ਦੋਨੋਂ perspective ਨੂੰ ਦੇਖ ਕੇ ਮੈਂ ਤਿਆਰ ਕੀਤੇ ਨੇ। ਜਿਹੜੇ ਸਟੂਡੈਂਟ ਸਿਰਫ ਇਸੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਡੀਟੇਲ ਦੇ ਵਿੱਚ ਤਿਆਰੀ ਕਰਨਾ ਚਾਹੁੰਦੇ ਨੇ, ਸੋ ਉਹਨਾਂ ਦੇ ਲਈ ਕਿਹੜੇ sources ਨੇ ਮੈਂ ਤੁਹਾਨੂੰ ਉਹ ਵੀ ਨਾਲ ਦੀ ਨਾਲ ਦੱਸੂਗੀ। ਜਿਹੜੇ ਸਟੂਡੈਂਟ ਕਿਸੇ ਹੋਰ ਐਗਜ਼ਾਮਸ ਦੀ ਤਿਆਰੀ ਕਰਦੇ ਨੇ ਜਾਂ ਫਿਰ ਕੋਈ ਜੌਬ ਕਰਦੇ ਨੇ ਸੋ ਉਹਨਾਂ ਦੇ ਲਈ ਘੱਟ ਸਮੇਂ ਦੇ ਵਿੱਚ ਤਿਆਰੀ ਕਰਨ ਦੇ ਲਈ ਜਿਹੜੇ ਇੰਪੋਰਟੈਂਟ ਸੋਰਸਿਸ ਨੇ ਸੋ ਉਹ ਵੀ ਮੈਂ ਤੁਹਾਨੂੰ ਨਾਲ ਦੀ ਨਾਲ ਹਾਈਲਾਈਟ ਕਰਕੇ ਦੱਸੂਗੀ। ਸੋ ਸਭ ਤੋਂ ਪਹਿਲਾਂ ਆਉਂਦੀ ਹੈ ਰੀਜ਼ਨਿੰਗ ਤੇ ਮੈਂਟਲ ਐਬਿਲਿਟੀ। ਇਹਦੇ ਵਿੱਚ ਆਪਾਂ ਸਾਰਿਆਂ ਨੂੰ ਇਹ ਬੁੱਕ ਬਾਰੇ ਪਤਾ ਹੈ, RS ਅਗਰਵਾਲ। ਸੋ ਜਦੋਂ ਵੀ PPSC ਕੋਈ ਐਗਜ਼ਾਮ ਕੰਡਕਟ ਕਰਾਉਂਦੀ ਹੈ ਤਾਂ ਮੈਕਸਿਮਮ ਟਾਈਮ ਦੇਖਿਆ ਗਿਆ ਕਿ ਇਸ ਬੁੱਕ ਦੇ ਵਿੱਚੋਂ ਡਾਇਰੈਕਟਲੀ ਕੁਐਸਚਨ ਆਉਂਦੇ ਨੇ ਐਜ਼ ਇਟ ਇਜ਼। ਸੋ RS ਅਗਰਵਾਲ ਰੀਜ਼ਨਿੰਗ ਤੇ ਮੈਂਟਲ ਐਬਿਲਿਟੀ ਦੋਨਾਂ ਦੇ ਲਈ। ਬਾਕੀ ਕੱਲੀ ਮੈਂਟਲ ਐਬਿਲਿਟੀ ਦੇ ਲਈ ਇੱਕ ਅਰਿਹੰਤ ਪਬਲਿਸ਼ਰਸ ਦੀ ਬੁੱਕ ਹੈ ਫਾਸਟ ਟਰੈਕ ਕੋਰਸ। ਸੋ ਇਹ ਬੁੱਕ ਵੀ ਜੇ ਤੁਹਾਡੇ ਕੋਲ ਘੱਟ ਟਾਈਮ ਹੈ ਜਾਂ ਫਿਰ ਤੁਸੀਂ ਮੈਂਟਲ ਐਬਿਲਿਟੀ ਤੁਹਾਨੂੰ ਟਫ ਲੱਗਦੀ ਹੈ ਤਾਂ ਤੁਸੀਂ ਥੋੜੇ ਸਮੇਂ ਦੇ ਵਿੱਚ ਇਸ ਟੌਪਿਕ ਨੂੰ ਕਵਰ ਕਰਨਾ ਹੈ ਤਾਂ ਇਹ ਬੁੱਕ ਵੀ ਫੋਲੋ ਕਰ ਸਕਦੇ ਹੋ। ਬਾਕੀ ਆਈ ਵੁੱਡ ਸੁਜੈਸਟ ਕਿ ਤੁਸੀਂ RS ਅਗਰਵਾਲ ਦੇ ਕਨਸੈਪਟਸ ਹੀ ਤਿਆਰ ਕਰੋ। ਸੋ ਨੈਕਸਟ ਇਜ਼ ਇੰਡੀਅਨ ਹਿਸਟਰੀ, ਏਂਸ਼ੀਅੰਟ, ਮਿਡੀਵਲ, ਮਾਡਰਨ। ਸੋ ਇਹਦੇ ਲਈ ਮੇਰੇ ਖੁਦ ਦੇ ਪ੍ਰਿੰਟਡ ਨੋਟਸ ਨੇ, ਤੁਸੀਂ ਉਹ ਲੈ ਸਕਦੇ ਹੋ। ਉਹਨਾਂ ਦੇ ਵਿੱਚ ਤਿੰਨੋਂ ਪੂਰੇ ਡੀਟੇਲ ਦੇ ਵਿੱਚ ਕਵਰਡ ਹੈ। ਜਾਂ ਫਿਰ ਮਾਡਰਨ ਇੰਡੀਆ ਦੇ ਲਈ ਕਿਉਂਕਿ ਇਹ ਪੋਰਸ਼ਨ ਕਾਫੀ ਇੰਪੋਰਟੈਂਟ ਐਗਜ਼ਾਮ ਦੇ ਲਈ ਫਰੀडम ਸਟਰਗਲ ਵਾਲਾ, ਤਾਂ ਮੈਂ YouTube ਤੋਂ ਆਪਣੇ ਇਸ ਪਲੇਟਫਾਰਮ ਤੋਂ ਸਪੈਸ਼ਲੀ ਪ੍ਰੋਪਰ ਲੈਕਚਰਸ ਤੁਹਾਨੂੰ ਕਰਵਾਉਂਗੀ ਮਾਡਰਨ ਇੰਡੀਆ ਦੇ। ਸੋ ਮਾਡਰਨ ਇੰਡੀਆ ਤਾਂ ਆਪਾਂ YouTube ਦੇ ਉੱਤੇ ਪੂਰੀ ਕਵਰ ਕਰ ਲਾਂਗੇ। ਨੈਕਸਟ ਹੈ ਸੈਲਫ ਸਟੱਡੀ ਦੇ ਲਈ। ਹੁਣ ਜਿਹੜੇ ਸਟੂਡੈਂਟ ਹੋਰ ਡੀਟੇਲ ਦੇ ਵਿੱਚ ਸੈਲਫ ਸਟੱਡੀ ਕਰਨਾ ਚਾਹੁੰਦੇ ਨੇ ਸੋ ਉਹਨਾਂ ਦੇ ਲਈ ਇੱਕ ਬਹੁਤ ਹੀ ਜ਼ਿਆਦਾ ਵਧੀਆ ਸੋਰਸ ਹੈ ਤਮਿਲਨਾਡੂ ਬੋਰਡ ਦੀ ਹਿਸਟਰੀ ਦੀ ਬੁੱਕ ਹੈ 11ਵੀਂ ਤੇ 12ਵੀਂ ਦੀ। ਜਦੋਂ ਤੁਸੀਂ ਇਸ ਬੁੱਕ ਨੂੰ ਪੜ੍ਹੋਗੇ ਤੁਸੀਂ ਆਪ ਦੇਖੋਗੇ ਕਿ ਹਰ ਲਾਈਨ ਦੇ ਵਿੱਚੋਂ ਕੁਐਸਚਨ ਤਿਆਰ ਹੁੰਦਾ ਹੈ। ਸੋ ਇਹ ਬਹੁਤ ਹੀ ਸਿੰਪਲ ਲੈਂਗੁਏਜ ਦੀ ਬੁੱਕ ਹੈ। ਸੋ ਤੁਸੀਂ ਇਹਨਾਂ ਬੁੱਕਸ ਨੂੰ ਬਾਏ ਕਰ ਸਕਦੇ ਹੋ ਇਹਨਾਂ ਦੇ 올ਡ ਐਡੀਸ਼ਨ Amazon ਤੋਂ, ਜਾਂ ਫਿਰ 6ਵੀਂ ਤੋਂ 10ਵੀਂ ਤੱਕ ਦੀਆਂ NCERTs, ਜਾਂ ਫਿਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਸੋਸ਼ਲ ਸਾਇੰਸ ਦੀਆਂ ਬੁੱਕਸ ਵੀ ਫੋਲੋ ਕਰ ਸਕਦੇ ਹੋ ਤੁਸੀਂ ਹਿਸਟਰੀ ਲਈ। ਨੈਕਸਟ ਹੈ ਇੰਡੀਅਨ ਜੀਓਗ੍ਰਾਫੀ। ਸੋ ਇਹਦੇ ਲਈ ਦੋ NCERTs ਜਿਹੜੀਆਂ ਤੁਸੀਂ 100% ਕਰਕੇ ਜਾਣੀਆਂ ਨੇ ਸੋ ਉਹ ਨੇ 11ਵੀਂ ਤੇ 12ਵੀਂ ਦੀਆਂ NCERTs। ਸੋ ਇਹ ਤੁਹਾਡੇ ਲਈ ਮਸਟ ਨੇ, ਕੰਪਲਸਰੀ ਨੇ ਨਾਇਬ ਤਹਿਸੀਲਦਾਰ ਦੇ ਲਈ। ਜਦੋਂ ਵੀ PPSC ਐਗਜ਼ਾਮ ਕੰਡਕਟ ਕਰਵਾਉਂਦੀ ਹੈ ਡਾਇਰੈਕਟਲੀ ਸਿੱਧਾ ਲਾਈਨਸ ਦੇ ਵਿੱਚੋਂ ਕੁਐਸਚਨ ਚੱਕੇ ਜਾਂਦੇ ਨੇ ਇੰਡੀਅਨ ਹਿਸਟਰੀ ਨੂੰ ਲੈ ਕੇ। ਸੋ NCERTs ਤੁਸੀਂ 11ਵੀਂ ਤੇ 12ਵੀਂ ਦੀਆਂ 100% ਕਰਕੇ ਜਾਣੀਆਂ ਨੇ। ਸੋ ਇੰਡੀਅਨ ਮਾਡਰਨ ਹਿਸਟਰੀ ਤੋਂ ਬਾਅਦ ਮੈਂ NCERTs ਕਵਰ ਅਪ ਕਰਵਾਉਂਗੀ ਆਪਣੇ ਇਸ YouTube ਦੇ ਪਲੇਟਫਾਰਮ ਤੋਂ। ਉਸ ਤੋਂ ਬਾਅਦ ਪੋਲਿਟੀ। ਸੋ ਪੋਲਿਟੀ ਦੇ ਵਿੱਚ ਮੈਂ ਤੁਹਾਨੂੰ ਆਲਰੇਡੀ ਪਹਿਲਾਂ ਵੀ ਦੱਸਿਆ ਵੀ ਇਹ ਜਿਹੜੇ ਇੰਪੋਰਟੈਂਟ ਹੈਡਸ ਨੇ ਇਹ ਤਾਂ ਤੁਸੀਂ 100% ਕਰਕੇ ਜਾਣੇ ਨੇ। ਸੋ ਪੋਲਿਟੀ ਦੇ ਲਈ ਵੀ ਮੇਰੇ ਆਪਣੇ ਨੋਟਸ ਨੇ ਪ੍ਰਿੰਟਡ, ਜਾਂ ਫਿਰ ਤੁਸੀਂ MS ਲਕਸ਼ਮੀਕਾਂਤ ਦੀ ਬੁੱਕ ਫੋਲੋ ਕਰ ਸਕਦੇ ਹੋ ਜੇ ਤੁਸੀਂ ਡੀਟੇਲ ਦੇ ਵਿੱਚ ਸਟੱਡੀ ਕਰਨੀ ਹੈ। ਔਰ ਯੂ ਕੈਨ ਆਲਸੋ see my videos on polity in polity playlist. Next ਹੈ environment. ਸੋ ਇਹਦੇ ਲਈ ਕਰੰਟ ਬੇਸਿਸ ਕਨਸੈਪਟ ਕਰਨੇ ਨੇ। ਸੋ ਮੈਂ ਟਰਾਈ ਕਰੂੰਗੀ ਕਿ ਜਿੰਨੇ ਵੀ ਜ਼ਿਆਦਾ ਤੋਂ ਜ਼ਿਆਦਾ ਕਨਸੈਪਟ ਮੈਂ YouTube ਤੋਂ ਕਰਵਾ ਸਕਦੀ ਹਾਂ ਸੋ ਉਰੇ ਕਵਰ ਅਪ ਕਰਵਾਉਂਗੀ, ਚਾਹੇ ਉਹ MCQs ਦੀ ਫਾਰਮ ਵਿੱਚ ਕਰਵਾਵਾਂ, ਵਨ ਲਾਈਨਰ ਦੀ ਫਾਰਮ ਵਿੱਚ ਕਰਵਾਵਾਂ। ਉਸ ਤੋਂ ਬਾਅਦ ਹੈ ਸਾਇੰਸ। ਸੋ ਸਾਇੰਸ ਤੁਸੀਂ 10th ਲੈਵਲ ਤੱਕ ਦੀ ਕਰਕੇ ਜਾਣੀ ਹੈ। 6th to 10th ਦੀਆਂ ਬੁੱਕਸ ਕਿਸੇ ਵੀ ਸਟੇਟ ਬੋਰਡ ਦੀਆਂ, CBSE, ICSE ਕਿਸੇ ਵੀ ਬੋਰਡ ਦੀਆਂ। ਇਹਦੇ ਅੰਦਰ ਜਿਹੜੇ ਕਨਸੈਪਟ ਕਰਨੇ ਨੇ ਉਹ ਫਿਜ਼ਿਕਸ, ਕੈਮਿਸਟਰੀ, ਬਾਇਓ, ਤੇ ਮੇਰੇ ਖੁਦ ਦੇ ਪ੍ਰਿੰਟਡ ਨੋਟਸ ਵੀ ਨੇ। ਸੋ ਜੇ ਤੁਸੀਂ ਉਹ ਬਾਏ ਕਰਨੇ ਨੇ ਤਾਂ ਉਹ ਕਰ ਸਕਦੇ ਹੋ। ਉਹਨਾਂ ਦੇ ਵਿੱਚ ਵੀ ਕੰਪਲੀਟ ਫਿਜ਼ਿਕਸ, ਕੈਮਿਸਟਰੀ ਤੇ ਬਾਇਓ ਕਵਰਡ ਹੈ।
नेक्स्ट इज पंजाब जीके। सो पंजाब जीके वैसे तो मैं ऑलमोस्ट कवर करवा चुकी हाँ पंजाब जीके एंड हिस्टरी ਦੀ ਪਲੇਲਿਸਟ ਵਿੱਚ, ਪਰ ਜੇ ਤੁਸੀਂ ਖੁਦ ਡੀਟੇਲ ਦੇ ਵਿੱਚ ਹੋਰ ਇਹਦੀ ਸੈਲਫ ਸਟੱਡੀ ਕਰਨੀ ਹੈ ਪੰਜਾਬ ਜੀਕੇ ਦੀ, ਤਾਂ ਤੁਸੀਂ ਉਹਦੇ ਲਈ ਸਾਡਾ ਪੰਜਾਬ ਬੁੱਕ ਫੋਲੋ ਕਰ ਸਕਦੇ ਹੋ, ਜਾਂ ਫਿਰ ਇੱਕ ਰੀਸੈਂਟਲੀ ਲਾਂਚ ਹੋਈ ਹੈ ਪੰਜਾਬ ਪੀਡੀਆ ਨਾਮ ਦੀ ਬੁੱਕ, ਸੋ ਤੁਸੀਂ ਇਹ ਵੀ ਬਾਏ ਕਰ ਸਕਦੇ ਹੋ। ਨੈਕਸਟ ਇਜ਼ ਸਟੈਟਿਕ ਜੀਕੇ। ਸੋ ਸਟੈਟਿਕ ਜੀਕੇ ਦੇ ਲਈ ਮੇਰੇ ਖੁਦ ਦੇ ਪੀਡੀਐਫ ਨੋਟਸ ਨੇ ਟੌਪਿਕ ਵਾਈਜ਼, ਜਾਂ ਫਿਰ ਤੁਸੀਂ ਆਨਲਾਈਨ ਸੋਰਸਿਸ ਤੋਂ ਤੁਸੀਂ ਕੀ ਕਰਨਾ ਹੈ, ਸਟੈਟਿਕ ਜੀਕੇ ਦੇ ਲਈ ਪੁਰਾਣੇ ਕੁਐਸਚਨ ਪੇਪਰ ਦੇਖਣੇ ਨੇ। ਤੁਹਾਨੂੰ ਕੋਈ ਵੀ ਐਵੇਂ ਦਾ ਟੌਪਿਕ ਲੱਗੇ ਵੀ ਬਾਰ-ਬਾਰ ਰਿਪੀਟ ਹੋ ਰਿਹਾ, ਜਿਵੇਂ ਸਪੋਰਟਸ ਦੇ ਵਿੱਚੋਂ ਬਾਰ-ਬਾਰ ਕੁਐਸਚਨ ਆਉਂਦੇ ਨੇ, ਜਾਂ ਫਿਰ ਕਿਸੇ ਪ੍ਰਾਈਜ਼ ਨੂੰ ਲੈ ਕੇ, ਕਿਸੇ ਪ੍ਰੋਪਰ ਸਿਨੇਮਾ ਦੇ ਅਵਾਰਡਸ ਨੂੰ ਲੈ ਕੇ, ਜਾਂ ਫਿਰ ਕੰਟਰੀਜ਼ ਐਂਡ ਕੈਪੀਟਲਸ, ਸੋ ਜਿਹੜੇ ਇੱਦਾਂ ਦੇ ਟੌਪਿਕਸ ਨੇ ਇਹ ਤੁਹਾਨੂੰ ਆਨਲਾਈਨ ਸੋਰਸਿਸ ਤੋਂ ਹੀ ਤਿਆਰ ਕਰਨੇ ਪੈਣੇ ਨੇ। ਸੋ ਆਈ ਵੁੱਡ ਸੁਜੈਸਟ ਕਿ ਤੁਸੀਂ ਸਟੈਟਿਕ ਜੀਕੇ ਦੇ ਲਈ ਖੁਦ ਦੇ ਆਪਣੇ ਨੋਟਸ ਤਿਆਰ ਕਰੋ। ਨੈਕਸਟ ਇਜ਼ ਇੰਡੀਅਨ ਇਕੋਨਮੀ। ਸੋ ਇਹਦੇ ਬੇਸਿਕ ਕਨਸੈਪਟਸ ਆਲਰੇਡੀ ਕਵਰ ਹੋ ਚੁੱਕੇ ਨੇ, ਬਾਕੀ ਜੇ ਦੋ ਤਿੰਨ ਕੋਈ ਹੋਰ ਇੰਪੋਰਟੈਂਟ ਮੈਨੂੰ ਲੱਗਣਗੇ ਟੌਪਿਕਸ, ਉਹ ਵੀ ਮੈਂ YouTube ਦੇ ਉੱਤੇ ਕਵਰ ਕਰਵਾ ਦੂੰਗੀ। ਸੋ ਇਹਦੇ ਲਈ PDF ਨੋਟਸ ਵੀ ਨੇ ਅਵੇਲੇਬਲ। ਸੋ ਜਿਹੜੇ ਸਟੂਡੈਂਟ ਡੀਟੇਲ ਦੇ ਵਿੱਚ ਤਿਆਰੀ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਇੱਕ ਬਹੁਤ ਇੰਪੋਰਟੈਂਟ ਤੇ ਈਜ਼ੀਲੀ ਐਕਸਪਲੇਨਡ ਬੁੱਕ ਹੈ ਸੰਜੀਵ ਵਰਮਾ ਦੀ ਇੰਡੀਅਨ ਇਕੋਨਮੀ। ਸੋ ਇਹਦੇ ਵਿੱਚ ਜਿਹੜੇ ਵੀ ਇਕੋਨਮੀ ਦੇ ਕਨਸੈਪਟ ਨੇ ਉਹ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਸਮਝਾਏ ਹੋਏ ਨੇ। ਤੇ ਉਸ ਤੋਂ ਬਾਅਦ ਆਉਂਦਾ ਹੈ ਕਰੰਟ ਅਫੇਅਰ ਨੈਸ਼ਨਲ ਐਂਡ ਇੰਟਰਨੈਸ਼ਨਲ, ਜਿਹਦੇ ਉੱਤੇ ਆਪਾਂ ਨੇ ਇਕੁਅਲੀ ਫੋਕਸ ਕਰਕੇ ਚੱਲਣਾ ਹੈ ਨਾਇਬ ਤਹਿਸੀਲਦਾਰ ਐਗਜ਼ਾਮ ਦੇ ਲਈ। ਸੋ ਐਟਲੀਸਟ ਤੁਸੀਂ ਲਾਸਟ 6 to 8 ਮੰਥਸ ਦੇ ਕਰੰਟ ਅਫੇਅਰ ਤਿਆਰ ਕਰੋ। ਤੇ ਇਹਦੇ ਲਈ ਤੁਸੀਂ ਕੀ ਕਰਨਾ ਹੈ, ਕੁਝ ਇੰਪੋਰਟੈਂਟ UPSC ਲੈਵਲ ਦੀਆਂ ਵੈਬਸਾਈਟਸ ਨੇ, ਉਹਨਾਂ ਉੱਤੇ ਫ੍ਰੀ ਮੰਥਲੀ ਮੈਗਜ਼ੀਨ ਆਉਂਦੇ ਨੇ, ਉਹਨਾਂ ਦੀਆਂ PDFs ਤੁਸੀਂ ਦੇਖੋ। ਮੰਥਲੀ ਮੈਗਜ਼ੀਨ ਆਫ ਵਿਜ਼ਨ IAS, ਇਨਸਾਈਟਸ ਔਨ ਇੰਡੀਆ, ਦ੍ਰਿਸ਼ਟੀ IAS, ਇਹਨਾਂ ਦੇ ਵਿੱਚੋਂ ਕਿਸੇ ਵੀ ਸੋਰਸ ਦਾ ਤੁਸੀਂ ਮੰਥਲੀ ਮੈਗਜ਼ੀਨ ਚੱਕੋ, ਉਹਦੇ ਵਿੱਚ ਡੀਟੇਲਡ ਕਰੰਟ ਅਫੇਅਰ ਹੁੰਦੇ ਨੇ, ਸ਼ਾਰਟਸ ਹੁੰਦੇ ਨੇ, ਸੋ ਤੁਸੀਂ ਦੋਨੋਂ ਹੀ ਤਿਆਰ ਕਰਕੇ ਜਾਣੇ ਆ। ਸੋ ਨੈਕਸਟ ਮੋਸਟ ਇੰਪੋਰਟੈਂਟ ਥਿੰਗਸ ਟੂ ਰਿਮੈਂਬਰ। ਸੋ ਆਪਾਂ ਨੇ ਪੈਟਰਨ ਦੇਖ ਲਿਆ, ਸਬਜੈਕਟ ਦੇਖ ਲਏ, ਇੰਪੋਰਟੈਂਟ ਸੋਰਸਿਸ ਦੇਖ ਲਏ, ਪਰ ਜਿਹੜੀਆਂ ਚੀਜ਼ਾਂ ਆਪਾਂ ਨੇ ਇਸ ਐਗਜ਼ਾਮ ਦੀ ਤਿਆਰੀ ਕਰਦੇ ਹੋਏ ਦਿਮਾਗ 'ਚ ਰੱਖਣੀਆਂ ਨੇ, ਉਹਨਾਂ ਦੇ ਵਿੱਚੋਂ ਪਹਿਲੀ ਚੀਜ਼ ਹੈ ਵੀ ਨੈਗੇਟਿਵ ਮਾਰਕਿੰਗ ਨਹੀਂ ਹੈ ਤੇ ਇਹਦਾ ਲੈਵਲ PCS ਤੱਕ ਦਾ ਹੈ। ਸੋ ਜਿਹੜਾ ਪੰਜਾਬ ਸਿਵਲ ਸਰਵਿਸਿਜ਼ ਦਾ ਐਗਜ਼ਾਮ ਆ, ਤੁਸੀਂ ਇਹ ਮੰਨ ਕੇ ਚੱਲਣਾ ਕਿ ਮੈਂ ਉਹਦੀ ਤਿਆਰੀ ਕਰ ਰਿਹਾ। ਉਸ ਤੋਂ ਬਾਅਦ ਰਿਵੀਜ਼ਨ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਰਿਵੀਜ਼ਨ ਇਜ਼ ਮਸਟ। ਤੁਸੀਂ ਜਦੋਂ ਵੀ ਕੋਈ ਟੌਪਿਕ ਪੂਰਾ ਕੰਪਲੀਟ ਕੀਤਾ, ਨੈਕਸਟ ਡੇ ਜਦੋਂ ਕੋਈ ਨਵਾਂ ਸਬਜੈਕਟ ਚੱਕਦੇ ਹੋ, ਨਵਾਂ ਟੌਪਿਕ ਚੱਕਦੇ ਹੋ, ਉਸ ਤੋਂ ਪਹਿਲਾਂ ਟਰਾਈ ਕਰਨਾ ਹੈ ਕਿ ਅਸੀਂ ਜਿਹੜਾ ਪਿਛਲੇ ਦਿਨ ਟੌਪਿਕ ਕੀਤਾ ਉਹਦੀ ਰਿਵੀਜ਼ਨ ਪਹਿਲਾਂ ਕਰੀਏ। ਨੈਕਸਟ ਇੰਪੋਰਟੈਂਟ ਚੀਜ਼ ਹੈ ਕਿ ਆਪਣੇ ਖੁਦ ਦੇ ਨੋਟਸ ਤਿਆਰ ਕਰਨ ਦੀ ਕੋਸ਼ਿਸ਼ ਕਰੋ, ਜਿੰਨਾ ਜ਼ਿਆਦਾ ਹੋ ਸਕੇ, ਚਾਹੇ ਥੋੜਾ ਲਿਖੋ, ਪੁਆਇੰਟਰ ਫਾਰਮ 'ਚ ਲਿਖੋ, try to make your own notes. Then focus on your strength subject. So ਮੈਂ ਤੁਹਾਨੂੰ ਅੱਜ ਸਬਜੈਕਟ ਦੱਸੇ ਨੇ, ਤੁਹਾਨੂੰ ਸੋਰਸਿਸ ਦੱਸੇ ਨੇ, ਇਹਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਸਾਰੀਆਂ ਬੁੱਕਸ ਖਰੀਦ ਲਓ, ਸਾਰੇ ਤੁਸੀਂ ਨੋਟਸ ਬਾਏ ਕਰ ਲਓ। ਤੁਸੀਂ ਸਿਰਫ ਉਹ ਸਬਜੈਕਟਸ ਉੱਤੇ ਫੋਕਸ ਕਰਨਾ ਹੈ ਜਿਹੜੇ ਤੁਹਾਨੂੰ ਲੱਗਦਾ ਵੀ ਤੁਸੀਂ ਬਹੁਤ ਚੰਗੀ ਤਰ੍ਹਾਂ ਤਿਆਰ ਕਰਕੇ ਜਾ ਸਕਦੇ ਹੋ, ਕਿਉਂਕਿ ਟਾਈਮ ਘੱਟ ਹੁੰਦਾ ਹੈ, ਤੁਹਾਨੂੰ ਇੱਕ ਸਮਾਰਟ ਸਟੱਡੀ ਕਰਨੀ ਪਊਗੀ। Next is choose one from logical and mental ability and prepare accordingly. So ਜਿਹੜੇ 40 questions ਆਉਣੇ ਨੇ logical and mental ability ਦੇ, ਇਹਨਾਂ ਦੇ ਲਈ ਵੀ ਤੁਸੀਂ ਦੇਖਣਾ ਵੀ ਤੁਸੀਂ logical reasoning ਦੇ ਵਿੱਚ ਜ਼ਿਆਦਾ perfect ਹੋ ਜਾਂ mental ability ਦੇ ਵਿੱਚ। ਸੋ ਜਿਹੜੀ ਚੀਜ਼ ਦੇ ਵਿੱਚ ਥੋੜੀ perfection ਹੈ ਉਹਨੂੰ ਪਹਿਲਾਂ ਖਤਮ ਕਰ ਦਿਓ, ਉਹਦੇ ਸਾਰੇ ਟੌਪਿਕ, ਬਾਅਦ ਵਿੱਚੋਂ ਸਪੈਸ਼ਲੀ ਤੁਸੀਂ ਫੋਕਸ ਕਰੋ ਜਿਹੜਾ ਵੀ ਤੁਹਾਡਾ ਵੀਕ ਸਬਜੈਕਟ ਹੈ। ਉਸ ਤੋਂ ਬਾਅਦ ਕਰੰਟ ਅਫੇਅਰਸ ਤੁਸੀਂ ਟਰਾਈ ਕਰਨਾ ਹੈ ਕਿ ਡੇਲੀ ਬੇਸਿਸ ਦੇ ਉੱਤੇ ਕਰੋ। ਮੰਥਲੀ ਮੈਗਜ਼ੀਨ ਤੱਕ ਕਰਨੇ ਹੀ ਕਰਨੇ ਨੇ, ਪਰ ਹੁਣ ਜਿੰਨੇ ਮਹੀਨੇ ਤੁਹਾਡੇ ਕੋਲ ਐਗਜ਼ਾਮ ਦੇ ਲਈ ਰਹਿੰਦੇ ਨੇ ਜਾਂ ਜਿੰਨੇ ਦਿਨ ਰਹਿੰਦੇ ਨੇ, ਸੋ ਤੁਸੀਂ ਹਰ ਦਿਨ ਜਿਹੜੇ ਵੀ ਕਰੰਟ ਅਫੇਅਰ ਨੇ ਡੇਲੀ ਬੇਸਿਸ ਉੱਤੇ ਕਰਨ ਦੀ ਕੋਸ਼ਿਸ਼ ਕਰਨੀ ਹੈ। ਉਸ ਤੋਂ ਬਾਅਦ ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਵੀ ਜਿੰਨਾ ਹੋ ਸਕੇ, ਚਾਹੇ ਤੁਸੀਂ ਸੰਡੇਜ਼ ਆਪਣੇ ਐਲੋਕੇਟ ਕਰ ਲਓ, ਤੁਸੀਂ 6 ਦਿਨ ਨੋਰਮਲ ਆਪਣੀ ਸਾਰੀ ਸਬਜੈਕਟਸ ਦੀ ਤਿਆਰੀ ਕਰੋ, ਇੱਕ ਦਿਨ ਰੱਖੋ ਹਫਤੇ ਦੇ ਵਿੱਚ ਜਿਸ ਦਿਨ ਤੁਸੀਂ ਸਿਰਫ ਕੋਈ ਪੁਰਾਣਾ ਇੱਕ ਕੁਐਸਚਨ ਪੇਪਰ ਚੱਕ ਕੇ ਉਹਨੂੰ ਸੋਲਵ ਕਰਕੇ ਦੇਖਣਾ। ਸੋ ਸੋਲਵ ਐਜ਼ ਮਚ ਪ੍ਰੀਵੀਅਸ ਈਅਰ ਕੁਐਸਚਨਸ ਐਜ਼ ਯੂ ਕੈਨ, ਸਪੈਸ਼ਲੀ ਜਿਹੜੇ ਕੁਐਸਚਨ ਪੇਪਰ PPSC ਨੇ ਕੰਡਕਟ ਕਰਵਾਏ ਨੇ, ਸੋ ਤੁਹਾਨੂੰ ਇਹ ਪਤਾ ਚੱਲੂ ਵੀ ਕਿਹੜੇ ਟੌਪਿਕ 'ਚੋਂ ਕਿਵੇਂ ਦੇ ਕੁਐਸਚਨ ਪਾਉਂਦੇ ਆ। ਨੈਕਸਟ, ਜਿੰਨਾ ਹੋ ਸਕੇ ਜਦੋਂ ਤੁਹਾਡਾ ਸਾਰਾ ਸਿਲੇਬਸ ਕੰਪਲੀਟ ਹੋ ਜਾਵੇ, ਐਗਜ਼ਾਮ ਤੋਂ ਪਹਿਲਾਂ
टेस्ट ज़रूर दो। सो मैं खुद इस प्लेटफॉर्म तो मॉक टेस्ट सीरीज़ लॉन्च करूँगी सो ਜਦੋਂ ऑफिशियली एग्जाम डेट आउट होगी। सो ਇਹ ਸੀ ਆਪਣਾ ਅੱਜ ਦਾ ਸਾਰੀ ਡਿਸਕਸ਼ਨ ਪੈਟਰਨ ਉੱਤੇ, ਐਗਜ਼ਾਮ ਦੇ ਸਿਲੇਬਸ ਉੱਤੇ। ਆਈ ਹੋਪ ਯੂ ਲਾਈਕ ਦ ਵੀਡੀਓ। ਸੋ ਆਪਾਂ ਹੁਣ ਜਲਦੀ ਹੀ ਇਸੇ ਐਗਜ਼ਾਮ ਨੂੰ ਲੈ ਕੇ ਮਾਡਰਨ ਇੰਡੀਆ ਹਿਸਟਰੀ ਦੇ ਲੈਕਚਰ ਸਟਾਰਟ ਕਰਾਂਗੇ ਤੇ ਨਾਲ ਦੀ ਨਾਲ ਮੈਂ ਜਿਵੇਂ ਸੈਪਟੈਂਬਰ ਮੰਥ ਦੀ ਕੰਪਲੀਟ MCQ ਫਾਰਮ ਦੇ ਵਿੱਚ ਤੁਹਾਨੂੰ ਕਰੰਟ ਅਫੇਅਰ ਵੀ ਕਰਵਾ ਦੂੰਗੀ। So this was all about today's lecture. I hope you liked the video. Keep supporting Victor's Knowledge. Thank you and good luck.